ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Myself, Assistant Professor Anupreet Kaur from Shri Guru Angad Dev College of Education, Khadur Sahib. Today we are going to discuss the topic transfer of learning for understanding the learning process. Purpose of school is to develop children's skill and knowledge necessary for functioning effectively inside and outside the school. Worth of any learning is application of knowledge and skills in learning new skill or concept or using it in another situation. It is meaningless to learn something that you can't apply it. ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਸਕੂਲ ਦਾ ਉਦੇਸ਼ ਸਕੂਲ ਦੇ ਅੰਦਰ ਅਤੇ ਬਾਹਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਬੱਚਿਆਂ ਦੀਆਂ ਕੁਸ਼ਲਤਾਵਾਂ ਅਤੇ ਗਿਆਨ ਦਾ ਵਿਕਾਸ ਕਰਨਾ ਹੈ। ਕਿਸੇ ਵੀ ਸਿਖਲਾਈ ਦੇ ਗਿਆਨ, ਹੁਨਰਾਂ ਜਾਂ ਸੰਕਲਪ ਨੂੰ ਸਿੱਖਣ ਜਾਂ ਕਿਸੇ ਹੋਰ ਸਥਿਤੀ ਵਿੱਚ ਯੂਜ਼ ਕਰਨਾ ਹੈ। ਇਹ ਸਿੱਖਣਾ ਬੇਕਾਰ ਹੋ ਜਾਵੇਗਾ ਜੇ ਇਹ ਲਾਗੂ ਨਾ ਹੋਇਆ। ਭਾਵ ਸਕੂਲ ਦਾ ਉਦੇਸ਼ ਬੱਚਿਆਂ ਨੂੰ ਇਸ ਕਾਬਿਲ ਬਣਾਉਣਾ ਹੈ ਕਿ ਉਹ ਆਪਣੇ ਸਿੱਖੇ ਹੋਏ ਗਿਆਨ ਦਾ ਇਸਤੇਮਾਲ ਹਰੇਕ ਪ੍ਰਸਥਿਤੀ ਵਿੱਚ ਕਰ ਸਕਣ, ਆਪਣੀ ਨੌਲੇਜ ਨੂੰ ਟਰਾਂਸਫਰ ਕਰ ਸਕਣ। ਜਿਵੇਂ ਤੁਸੀਂ ਬੀਐਡ ਕਰ ਰਹੇ ਹੋ, ਤੁਸੀਂ ਬੀਐਡ ਦੇ ਵਿੱਚ ਬਹੁਤ ਸਾਰੀ ਟੀਚਿੰਗ ਆਫ ਮੈਥਡ ਸਿੱਖਦੇ ਹੋ ਅਤੇ ਇਨ ਫਿਊਚਰ ਵਿੱਚ ਉਹੀ ਮੈਥਡ ਤੁਸੀਂ ਆਪਣੀ ਟੀਚਿੰਗ ਵਿੱਚ ਅਪਲਾਈ ਕਰਦੇ ਹੋ ਅਤੇ ਇੱਥੇ ਤੁਹਾਡੀ ਕੀ ਹੋ ਰਹੀ ਹੈ, ਜਿਹੜੀ ਤੁਹਾਡੀ ਲਰਨਿੰਗ ਹੈ ਉਹ ਟਰਾਂਸਫਰ ਹੋ ਰਹੀ ਹੈ। ਸੋ ਅੱਜ ਦਾ ਸਾਡਾ ਟੌਪਿਕ ਹੈ ਟਰਾਂਸਫਰ ਆਫ ਲਰਨਿੰਗ, ਜਿਸ ਨੂੰ ਅਸੀਂ ਵਿਸਥਾਰਪੂਰਵਕ ਪੜ੍ਹਾਂਗੇ। Meaning of transfer of learning. Transfer of learning consists two words, transfer and learning. Transfer means an act of moving something or some to another place. Means ਇੱਕ ਚੀਜ਼ ਨੂੰ ਦੂਸਰੀ ਜਗ੍ਹਾ ਤੇ ਸ਼ਿਫਟ ਕਰਨਾ। Learning. Learning is the process of acquiring knowledge and skills. ਕਿ ਅਸੀਂ ਜੋ ਕੁਝ ਵੀ ਅਰਜਿਤ ਕਰਦੇ ਹਾਂ, ਜੋ ਕੁਝ ਵੀ ਸਿੱਖਦੇ ਹਾਂ, ਜਿਵੇਂ ਉਸ ਦੇ ਵਿੱਚ ਵਿਵਹਾਰ ਆਉਂਦਾ ਹੈ, ਕੌਸ਼ਲ ਆਉਂਦਾ, ਗਿਆਨ ਹੈ, ਉਹ ਸਭ ਕੀ ਹੈ, ਸਾਡੀ ਲਰਨਿੰਗ ਹੈ। ਸੋ ਇਸ ਤਰ੍ਹਾਂ ਇਹਨਾਂ ਦੋਨੋਂ ਟਰਮਸ ਨੂੰ ਮਿਲ ਕੇ ਇੱਕ ਟਰਮ ਬਣੀ ਹੈ, ਉਹ ਹੈ ਟਰਾਂਸਫਰ ਆਫ ਲਰਨਿੰਗ। ਟਰਾਂਸਫਰ ਆਫ ਲਰਨਿੰਗ ਇਜ਼ ਏ ਪ੍ਰੋਸੈਸ ਇਨ ਵਿਚ ਸਮਥਿੰਗ ਲਰਨ ਇਨ ਵਨ ਸਿਚੁਏਸ਼ਨ ਇਜ਼ ਯੂਜ਼ਡ ਇਨ ਅਨਦਰ ਸਿਚੁਏਸ਼ਨਸ। ਮੀਨਸ ਜਦੋਂ ਤੁਸੀਂ ਇੱਕ ਸਿਚੁਏਸ਼ਨ ਵਿੱਚ ਸਿੱਖਿਆ ਹੋਇਆ ਗਿਆਨ ਜਿਹੜਾ ਤੁਸੀਂ ਦੂਸਰੀ ਸਿਚੁਏਸ਼ਨ ਦੇ ਵਿੱਚ ਉਸਨੂੰ ਯੂਜ਼ ਕਰਦੇ ਹੋ, ਉਸਨੂੰ ਅਪਲਾਈ ਕਰਦੇ ਹੋ, ਅਤੇ ਉਹ ਹੋ ਜਾਂਦੀ ਹੈ ਤੁਹਾਡੀ ਟਰਾਂਸਫਰ ਆਫ ਲਰਨਿੰਗ। Definitions of transfer of learning. According to Crow and Crow, the carry over habits of thinking, feeling, or working of knowledge or of skills from one learning area to another usually is referred to as the transfer of training. Means ਸਾਡੀਆਂ ਸੋਚਣ ਦੀਆਂ ਆਦਤਾਂ, ਅਨੁਭਵ ਜਾਂ ਕੁਸ਼ਲਤਾਵਾਂ ਦੇ ਗਿਆਨ ਨੂੰ ਸਿੱਖਣ ਦੇ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਲਿਜਾਣਾ ਟਰਾਂਸਫਰ ਆਫ ਲਰਨਿੰਗ ਹੈ। According to Peterson, transfer is generalization for it is extension of ideas to a new field. Means ਸਾਡੀ ਜੋ ਆਈਡੀਆਜ਼ ਹਨ ਉਹਨਾਂ ਨੂੰ ਨਿਊ ਫੀਲਡ ਵਿੱਚ ਅਪਲਾਈ ਕਰਨਾ, ਉਹ ਕੀ ਹੈ, ਸਾਡੀ ਟਰਾਂਸਫਰ ਆਫ ਲਰਨਿੰਗ। ਨੈਕਸਟ ਹੈ Guthrie and others. Transfer may be defined as a process of extending and applying behavior. Means ਕਿ ਟਰਾਂਸਫਰ ਇੱਕ ਪ੍ਰੋਸੈਸ ਹੈ ਜਿਸ ਦੇ ਵਿੱਚ ਸਾਡਾ ਵਿਵਹਾਰ ਹੈ, ਜੋ ਬਿਹੇਵੀਅਰ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਸ਼ਿਫਟ ਹੁੰਦਾ ਹੈ ਜਾਂ ਫਿਰ ਟਰਾਂਸਫਰ ਹੁੰਦਾ ਹੈ। ਸੋ ਇਸ ਤਰ੍ਹਾਂ ਟਰਾਂਸਫਰ ਆਫ ਲਰਨਿੰਗ ਦਾ ਮੀਨਿੰਗ ਇਹ ਹੈ ਕਿ ਜਿਵੇਂ ਅਸੀਂ ਸਾਡੀਆਂ ਜੋ ਵੀ ਵਿਵਹਾਰ ਹੈ, ਸਾਡੀਆਂ ਫੀਲਿੰਗਸ ਹੈ, ਥਿੰਕਿੰਗਸ ਹੈ, ਜਾਂ ਸਿੱਖਿਆ ਹੋਇਆ ਕੋਈ ਵੀ ਗਿਆਨ ਹੈ, ਉਸਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਦੋਂ ਅਸੀਂ ਅਪਲਾਈ ਕਰਦੇ ਹਾਂ, ਉਸਨੂੰ ਯੂਜ਼ ਕਰਦੇ ਹਾਂ, ਤਾਂ ਉਹ ਸਾਡੀ ਕੀ ਹੋ ਗਈ, ਟਰਾਂਸਫਰ ਆਫ ਲਰਨਿੰਗ। The transfer of learning was originally introduced as transfer of practice by Edward Thorndike and Robert S. Woodworth. ਇਸ ਧਾਰਨਾ ਨੂੰ ਐਡਵਰਡ ਥੌਰਨਡਾਈਕ ਐਂਡ ਰੋਬਰਟ ਐਸ ਵੁਡਵਰਥ ਨੇ ਪੇਸ਼ ਕੀਤਾ। ਉਹਨਾਂ ਨੇ ਇਹ ਕਨਸੈਪਟ ਟਰਾਂਸਫਰ ਆਫ ਪ੍ਰੈਕਟਿਸ ਦੇ ਆਧਾਰ ਉੱਤੇ ਪੇਸ਼ ਕੀਤਾ। ਟਾਈਪਸ ਆਫ ਟਰਾਂਸਫਰ ਆਫ ਲਰਨਿੰਗ। ਟਰਾਂਸਫਰ ਆਫ ਲਰਨਿੰਗ ਮੇਨਲੀ 3 ਟਾਈਪਸ ਦੀ ਹੈ: positive transfer, negative transfer and zero transfer. First, positive transfer. Positive transfer ਕੀ ਹੈ, ਜਦੋਂ ਇੱਕ ਸਥਿਤੀ ਦੀ ਲਰਨਿੰਗ ਦੂਸਰੀ ਸਥਿਤੀ ਵਿੱਚ ਕੰਮ ਆਵੇ। ਮੀਨਸ ਜਦੋਂ ਤੁਸੀਂ ਇੱਕ ਸਥਿਤੀ ਵਿੱਚ ਕੁਝ ਵੀ ਸਿੱਖਿਆ ਵਾ ਅਤੇ ਦੂਸਰੀ ਸਿਚੁਏਸ਼ਨ ਦੇ ਵਿੱਚ
ਤੁਹਾਡੀ ਉਹ ਹੈਲਪ ਕਰੇ, ਪੁਰਾਣਾ ਸਿੱਖਿਆ ਹੋਇਆ ਗਿਆਨ ਤੁਹਾਡੀ ਨਵਾਂ ਸਿੱਖਣ ਦੇ ਗਿਆਨ ਵਿੱਚ ਹੈਲਪ ਕਰੇ, ਤੇ ਉਹ ਤੁਹਾਡੀ ਕੀ ਹੋ ਜਾਏਗੀ, ਪੋਜ਼ਿਟਿਵ ਟ੍ਰਾਂਸਫਰ ਆਫ ਲਰਨਿੰਗ। ਫॉर एग्जाम्पल ਜਿਵੇਂ ਕਿਸੇ ਨੂੰ ਵਾਇਲਨ ਵਜਾਉਣਾ ਆਉਂਦਾ ਹੈ ਤੇ ਉਹ ਉਸਦੀ ਨੌਲੇਜ ਨੂੰ ਪਿਆਨੋ ਵਜਾਉਣ ਵਿੱਚ ਵੀ ਕਰ ਸਕਦਾ ਹੈ। ਇਸੇ ਤਰ੍ਹਾਂ ਮੈਥਮੈਟਿਕਸ ਦੀਆਂ ਜਿਹੜੀਆਂ ਕੋਟੇਸ਼ਨਸ ਹੈ ਉਹ ਫਿਜ਼ਿਕਸ 'ਚ ਵੀ ਯੂਜ਼ ਹੋ ਸਕਦੀਆਂ ਨੇ। ਇਸੇ ਤਰ੍ਹਾਂ ਜਿਵੇਂ ਕਿਸੇ ਨੂੰ ਡਰਾਈਵ ਕਰਨੀ ਆਉਂਦੀ ਹੈ ਕਾਰ, ਤੇ ਉਹ ਟਰੱਕ ਚਲਾਉਣਾ ਵੀ ਸਿੱਖ ਸਕਦਾ ਹੈ, ਕਿਉਂਕਿ ਉਸਦੀ ਜਿਹੜੀ ਪ੍ਰੀਵੀਅਸ ਨੌਲੇਜ ਹੈ, ਉਸਦਾ ਪੂਰਵ ਗਿਆਨ ਹੈ, ਉਹ ਉਸਨੂੰ ਟਰੱਕ ਚਲਾਉਣ ਵਿੱਚ ਵੀ ਮਦਦ ਕਰੇਗਾ। ਇਸੇ ਤਰ੍ਹਾਂ ਇੱਕ ਹੋਰ ਐਗਜ਼ਾਮਪਲ, ਜਿਵੇਂ ਛੋਟੇ ਬੱਚੇ ਪਹਿਲਾਂ ਪੈਨਸਿਲ ਨਾਲ ਲਿਖਣਾ ਸਿੱਖਦੇ ਆ, ਫਿਰ ਬਾਅਦ ਵਿੱਚ ਉਹ ਪੈਨ ਯੂਜ਼ ਕਰਦੇ ਆ, ਇਹ ਵੀ ਪੋਜ਼ਿਟਿਵ ਟ੍ਰਾਂਸਫਰ ਹੀ ਹੈ, ਕਿਉਂਕਿ ਉਸਨੇ ਜੋ ਪਹਿਲਾਂ ਸਿੱਖਿਆ ਹੋਇਆ ਹੈ ਪੈਨਸਿਲ ਦੇ ਨਾਲ, ਫਿਰ ਜਦੋਂ ਪੈਨ ਨਾਲ ਲਿਖਣਾ ਸਿੱਖਦਾ ਹੈ ਤੇ ਪ੍ਰੀਵੀਅਸ ਉਹਦੀ ਜੋ ਲਰਨਿੰਗ ਹੈ ਉਸਨੂੰ ਪ੍ਰੈਜ਼ੈਂਟ ਲਰਨਿੰਗ ਦੇ ਵਿੱਚ ਹੈਲਪ ਕਰਦੀ ਹੈ, ਤੇ ਉਹ ਹੋ ਜਾਂਦੀ ਉਹਦੀ ਪੋਜ਼ਿਟਿਵ ਟ੍ਰਾਂਸਫਰ। ਨੈਕਸਟ ਹੈ ਨੈਗੇਟਿਵ ਟ੍ਰਾਂਸਫਰ। ਇਹ ਪੋਜ਼ਿਟਿਵ ਟ੍ਰਾਂਸਫਰ ਦੇ ਬਿਲਕੁਲ ਉਲਟ ਹੈ। ਮੀਨਸ ਇੱਕ ਸਥਿਤੀ ਵਿੱਚ ਸਿੱਖਿਆ ਹੋਇਆ ਕੰਮ ਦੂਸਰੀ ਸਥਿਤੀ ਵਿੱਚ ਰੁਕਾਵਟ ਪਾਵੇ। ਮੀਨਸ ਜੋ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਜਦੋਂ ਅਸੀਂ ਕੁਝ ਨਵਾਂ ਸਿੱਖਣ ਲੱਗਦੇ ਹਾਂ ਤੇ ਉਹਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ, ਤੇ ਉਹ ਹੋ ਜਾਂਦੀ ਹੈ ਸਾਡੀ ਨੈਗੇਟਿਵ ਟ੍ਰਾਂਸਫਰ। ਜਿਵੇਂ ਅਸੀਂ ਕੋਈ ਨਿਊ ਹੈਬਿਟ ਅਪਣਾਉਣੀ ਹੁੰਦੀ ਹੈ, ਤਾਂ ਸਾਡੀ ਜਿਹੜੀ ਪੁਰਾਣੀ ਹੈਬਿਟ ਹੈ ਉਹ ਉਸ ਦੇ ਵਿੱਚ ਰੁਕਾਵਟ ਪੈਦਾ ਕਰਦੀ ਹੈ, ਤੇ ਉਹ ਵੀ ਸਾਡੀ ਨੈਗੇਟਿਵ ਟ੍ਰਾਂਸਫਰ ਹੁੰਦੀ ਹੈ। ਇਸੇ ਤਰ੍ਹਾਂ ਹੋਰ ਐਗਜ਼ਾਮਪਲਸ, ਜਿਵੇਂ ਪੰਜਾਬੀ ਬੋਲਣ ਵਾਲੇ ਨੂੰ ਹਿੰਦੀ ਬੋਲਣ ਦੇ ਵਿੱਚ ਵੀ ਥੋੜੀ ਪ੍ਰੋਬਲਮ ਆਏਗੀ। ਲੈਫਟ ਹੈਂਡ ਵਹੀਕਲਸ ਡਰਾਈਵ ਕਰਨ ਵਾਲੇ ਨੂੰ ਰਾਈਟ ਹੈਂਡ ਵਹੀਕਲਸ ਡਰਾਈਵ ਕਰਨ ਵਿੱਚ ਵੀ ਪ੍ਰੋਬਲਮ ਆਵੇਗੀ। ਮੀਨਸ ਜਦੋਂ ਸਾਡਾ ਪਿਛਲਾ ਸਿੱਖਿਆ ਹੋਇਆ ਕੰਮ ਨਵਾਂ ਸਿੱਖਣ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ, ਤੇ ਉਹ ਹੋ ਜਾਂਦੀ ਹੈ ਨੈਗੇਟਿਵ ਟ੍ਰਾਂਸਫਰ। ਨੈਗੇਟਿਵ ਟ੍ਰਾਂਸਫਰਸ ਦੋ ਤਰ੍ਹਾਂ ਦੀ ਹੁੰਦੀ ਹੈ, ਰੈਟਰੋਐਕਟਿਵ ਐਂਡ ਪ੍ਰੋਐਕਟਿਵ। ਰੈਟਰੋਐਕਟਿਵ ਵਿੱਚ ਜਦੋਂ ਸਾਡੀ ਪ੍ਰੈਜ਼ੈਂਟ ਲਰਨਿੰਗ ਸਾਡੀ ਪ੍ਰੀਵੀਅਸ ਲਰਨਿੰਗ ਉੱਤੇ ਪ੍ਰਭਾਵ ਪਾਵੇ, ਅਤੇ ਪ੍ਰੋਐਕਟਿਵ ਦੇ ਵਿੱਚ ਕੀ ਹੈ, ਜਦੋਂ ਸਾਡੀ ਪ੍ਰੀਵੀਅਸ ਲਰਨਿੰਗ ਸਾਡੀ ਪ੍ਰੈਜ਼ੈਂਟ ਲਰਨਿੰਗ ਉੱਤੇ ਪ੍ਰਭਾਵ ਪਾਵੇ ਜਾਂ ਰੁਕਾਵਟ ਪਾਵੇ, ਤੇ ਉਹ ਹੋ ਜਾਂਦੀ ਹੈ ਪ੍ਰੋਐਕਟਿਵ ਨੈਗੇਟਿਵ ਟ੍ਰਾਂਸਫਰ ਆਫ ਲਰਨਿੰਗ। ਫॉर एग्जाम्पल ਤੁਸੀਂ ਇੰਗਲਿਸ਼ ਸਿੱਖੀ ਹੋਈ ਹੈ ਤੇ ਹੁਣ ਤੁਸੀਂ ਫ੍ਰੈਂਚ ਸਿੱਖ ਰਹੇ ਹੋ। ਇਹ ਇੰਗਲਿਸ਼ ਅਤੇ ਫ੍ਰੈਂਚ ਦੇ ਬਹੁਤ ਸਾਰੇ ਜਿਹੜੇ ਵਰਡਸ ਹੁੰਦੇ ਨੇ ਉਹ ਸੇਮ ਹੁੰਦੇ ਆ, ਬਟ ਬੋਲਣ ਦੇ ਵਿੱਚ ਡਿਫਰੈਂਟ ਹੁੰਦੇ ਹਨ। ਜਿਵੇਂ ਇੰਗਲਿਸ਼ ਵਿੱਚ ਨੌਲੇਜ ਨੂੰ ਨੌਲੇਜ ਬੋਲਦੇ ਹਨ, ਅਤੇ ਫ੍ਰੈਂਚ ਵਿੱਚ ਕਨੌਲੇਜ। ਨੈਕਸਟ ਹੈ ਜ਼ੀਰੋ ਟ੍ਰਾਂਸਫਰ। ਜ਼ੀਰੋ ਟ੍ਰਾਂਸਫਰ ਮੀਨਸ ਜਦੋਂ ਸਾਡਾ ਪਿਛਲਾ ਸਿੱਖਿਆ ਹੋਇਆ ਕੰਮ ਨਵਾਂ ਸਿੱਖਣ ਦੇ ਵਿੱਚ ਨਾ ਤਾਂ ਕੋਈ ਰੁਕਾਵਟ ਪੈਦਾ ਕਰੇ ਤੇ ਨਾ ਹੀ ਕੋਈ ਮਦਦ ਕਰੇ, ਤੇ ਉਹ ਹੋ ਜਾਂਦੀ ਹੈ ਜ਼ੀਰੋ ਟ੍ਰਾਂਸਫਰ। ਫॉर एग्जाम्पल ਹਿਸਟਰੀ ਦੀ ਨੌਲੇਜ ਰੱਖਣ ਵਾਲੇ ਨੂੰ ਜਦੋਂ ਕੋਈ ਕਾਰ ਜਾਂ ਸਕੂਟਰ ਚਲਾਉਣਾ ਪਵੇ ਤੇ ਉਸਨੂੰ ਕੋਈ ਰੁਕਾਵਟ ਜਾਂ ਕੋਈ ਮਦਦ ਨਹੀਂ ਮਿਲੇਗੀ, ਤੇ ਇੱਥੇ ਉਸਦੀ ਕੀ ਹੋ ਰਹੀ ਹੈ, ਜ਼ੀਰੋ ਟ੍ਰਾਂਸਫਰ। Other types of transfer of learning: lateral transfer of learning, vertical transfer of learning, near transfer of learning and far transfer of learning. Lateral transfer ਇਹ ਇੱਕ ਤਰ੍ਹਾਂ ਦੀ ਪੋਜ਼ਿਟਿਵ ਟ੍ਰਾਂਸਫਰ ਹੀ ਹੈ, ਪਰ ਇਸ ਵਿੱਚ ਇੱਕ ਸਿਚੁਏਸ਼ਨ ਦੀ ਲਰਨਿੰਗ ਨੂੰ ਦੂਸਰੀ ਸਿਚੁਏਸ਼ਨ ਦੀ ਲਰਨਿੰਗ ਵਿੱਚ ਲਗਾਉਂਦੇ ਹਾਂ ਤਾਂ ਲੈਵਲ ਸੇਮ ਹੀ ਰਹਿੰਦਾ ਹੈ। ਮੀਨਸ ਇਹ ਸੇਮ ਲੈਵਲ ਤੇ ਹੀ ਹੁੰਦੀ ਹੈ। ਵਰਟੀਕਲ ਟ੍ਰਾਂਸਫਰ ਵਿੱਚ ਜਦੋਂ ਅਸੀਂ ਇੱਕ ਲੈਵਲ ਦੀ ਲਰਨਿੰਗ ਨੂੰ ਦੂਸਰੀ ਸਿਚੁਏਸ਼ਨ ਵਿੱਚ ਲਗਾਉਂਦੇ ਹਾਂ ਤਾਂ ਉਹ ਲੈਵਲ ਅਲੱਗ ਹੁੰਦਾ ਹੈ, ਮੀਨਸ ਡਿਫਿਕਲਟੀ ਲੈਵਲ। ਫॉर एग्जाम्पल ਸਕੂਲ ਵਿੱਚ ਸਿਖਾਇਆ ਜਾਂਦਾ ਹੈ ਕਿ ਕਲਾਸਰੂਮ ਨੂੰ ਕਿਵੇਂ ਕਲੀਨ ਰੱਖਣਾ। ਉਹੀ ਚੀਜ਼ ਅਸੀਂ ਘਰ ਜਾ ਕੇ ਵੀ ਕਰਦੇ ਹਾਂ, ਘਰ ਨੂੰ ਸਾਫ਼ ਰੱਖਦੇ ਹਾਂ। ਇਸੇ ਤਰ੍ਹਾਂ ਸਕੂਲ ਵਿੱਚ ਸਿਖਾਇਆ ਜਾਂਦਾ ਹੈ ਕਿ ਲੈਟਰ ਲਿਖੋ ਪ੍ਰਿੰਸੀਪਲ ਨੂੰ ਲੀਵ ਅਪਲਾਈ ਕਰਨ ਦੇ ਲਈ, ਤਾਂ ਸੇਮ ਲੈਟਰ ਲਿਖਣ ਦੀ ਨੌਲੇਜ ਤੁਸੀਂ ਹੋਰ ਜਗ੍ਹਾ ਤੇ ਵੀ ਅਪਲਾਈ ਕਰਦੇ ਹੋ, ਤਾਂ ਇਹ ਵੀ ਇੱਕ ਲੈਟਰਲ ਟ੍ਰਾਂਸਫਰ ਆਫ ਲਰਨਿੰਗ ਹੀ ਹੈ। ਅਸੀਂ ਪਹਿਲਾਂ ਪੜ੍ਹਿਆ ਹੈ ਕਿ ਟ੍ਰਾਂਸਫਰ ਪੋਜ਼ਿਟਿਵ ਹੋ ਰਹੀ ਹੈ, ਨੈਗੇਟਿਵ ਹੋ ਰਹੀ ਹੈ ਜਾਂ ਜ਼ੀਰੋ ਹੋ ਰਹੀ ਹੈ, ਪਰ ਇੱਥੇ ਅਸੀਂ ਦੇਖਦੇ ਹਾਂ ਕਿ ਟ੍ਰਾਂਸਫਰ ਹੋ ਰਹੀ ਹੈ ਪਰ ਲੈਵਲ ਸੇਮ ਉੱਪਰ ਹੋ ਰਹੀ ਹੈ। ਵਰਟੀਕਲ ਟ੍ਰਾਂਸਫਰ। ਵਰਟੀਕਲ ਟ੍ਰਾਂਸਫਰ ਵਿੱਚ ਵੀ ਸਾਡੀ ਪੋਜ਼ਿਟਿਵ ਟ੍ਰਾਂਸਫਰ ਹੀ ਹੋ ਰਹੀ ਹੁੰਦੀ ਹੈ, ਪਰ ਇੱਥੇ ਲਰਨਿੰਗ ਲੈਵਲ ਚੇਂਜ ਹੋ ਜਾਵੇਗਾ। ਜਿਵੇਂ ਮਨੋਵਿਗਿਆਨੀ ਬਰੂਨਰ ਦੇ ਕਨਸੈਪਟ ਸਪਾਈਰਲ ਕਰਿਕੂਲਮ ਦੇ ਅਕੋਰਡਿੰਗ ਅਸੀਂ ਛੋਟੀਆਂ ਕਲਾਸਾਂ ਨੂੰ ਸਿੰਪਲ ਕਨਸੈਪਟ ਸਮਝਾਉਂਦੇ ਹਾਂ, ਅਤੇ ਫਿਰ ਹਾਇਰ ਕਲਾਸਿਸ ਦੇ ਵਿੱਚ ਉਹੀ ਟੌਪਿਕ ਹਾਇਰ ਲੈਵਲ ਵਿੱਚ ਪੜ੍ਹਾਉਂਦੇ ਹਾਂ। ਇਸ ਤਰ੍ਹਾਂ ਜੋ ਅਸੀਂ ਛੋਟੀ ਕਲਾਸ ਵਿੱਚ ਸਿੰਪਲ ਸਿੱਖਿਆ ਉਸਨੂੰ ਵੱਡੀ ਕਲਾਸ ਵਿੱਚ ਹਾਇਰ ਲੈਵਲ ਵਿੱਚ ਅਪਲਾਈ ਕਰਦੇ ਹਾਂ। ਇਹ ਹੋ ਗਈ ਸਾਡੀ ਵਰਟੀਕਲ ਟ੍ਰਾਂਸਫਰ। ਨੀਅਰ ਟ੍ਰਾਂਸਫਰ।
ਜਦੋਂ ਅਸੀਂ ਆਪਣੀ ਲਰਨਿੰਗ ਨੂੰ ਸਿਮਿਲਰ ਕਾਈਂਡ ਆਫ ਸਿਚੁਏਸ਼ਨ ਵਿੱਚ ਅਪਲਾਈ ਕਰਦੇ ਹਾਂ ਤਾਂ ਉਹ ਹੁੰਦੀ ਹੈ ਨੀਅਰ ਟ੍ਰਾਂਸਫਰ। ਲੈਟਰਲ ਅਤੇ ਵਰਟੀਕਲ ਵਿੱਚ ਲੈਵਲ ਦਾ ਫਰਕ ਸੀ, ਪਰ ਇੱਥੇ ਕੰਟੈਕਸਟ ਯਾਨੀ ਕਿ ਸਿਚੁਏਸ਼ਨ ਦਾ ਫਰਕ ਹੈ। ਹੁਣ ਜੇਕਰ ਅਸੀਂ ਕਿਸੇ ਕਾਰ ਡਰਾਈਵਰ ਨੂੰ ਜੋ ਕਿ ਰਿਪੇਅਰ ਜਾਣਦਾ ਹੈ ਉਸ ਨੂੰ ਦੂਸਰੀ ਕਾਰ ਜੋ ਨਿਊ ਮਾਡਲ ਦੀ ਹੈ ਰਿਪੇਅਰ ਕਰਨ ਲਈ ਕਹਾਂਗੇ ਤਾਂ ਆਲਮੋਸਟ ਸਿਮਿਲਰ ਕੰਟੈਕਟ ਹੈ, ਉਹ ਕਰ ਹੀ ਦੇਵੇਗਾ। ਤੇ ਇੱਥੇ ਕੀ ਹੈ? ਨੀਅਰ ਟ੍ਰਾਂਸਫਰ। ਨੈਕਸਟ ਹੈ ਫਾਰ ਟ੍ਰਾਂਸਫਰ। ਫਾਰ ਟ੍ਰਾਂਸਫਰ ਵਿੱਚ ਕੀ ਹੈ? ਆਪਣੀ ਨੌਲੇਜ ਨੂੰ ਇੱਕਦਮ ਦੂਸਰੀ ਸਿਚੁਏਸ਼ਨ ਵਿੱਚ ਅਪਲਾਈ ਕਰਨਾ। ਜਿਵੇਂ ਇੱਕ ਕਾਰ ਮਕੈਨਿਕ ਨੂੰ ਹਵਾਈ ਜਹਾਜ਼ ਰਿਪੇਅਰ ਕਰਨ ਲਈ ਕਵਾਂਗੇ ਤੇ ਉਹ ਸਿਮਿਲਰ ਸਿਚੁਏਸ਼ਨ ਨਹੀਂ ਹੈ। ਕਾਰ ਅਤੇ ਹਵਾਈ ਜਹਾਜ਼ ਵਿੱਚ ਬਹੁਤ ਫਰਕ ਹੈ ਤੇ ਇਹ ਹੋ ਗਈ ਫਾਰ ਟ੍ਰਾਂਸਫਰ। ਹਾਊ ਟੂ ਅਚੀਵ ਮੈਕਸਿਮਮ ਪੋਜ਼ਿਟਿਵ ਟ੍ਰਾਂਸਫਰ ਔਰ ਐਜੂਕੇਸ਼ਨ ਇੰਪਲੀਕੇਸ਼ਨ ਆਫ ਟ੍ਰਾਂਸਫਰ ਆਫ ਲਰਨਿੰਗ ਮੀਨਸ ਟੀਚਰ ਕਿਹੜੇ ਮੈਥਡ ਯੂਜ਼ ਕਰੇ, ਕਿਹੜੀਆਂ ਟੈਕਨੀਕਸ ਜਾਂ ਇੰਪਲੀਕੇਸ਼ਨਸ ਯੂਜ਼ ਕਰੇ ਕਿ ਬੱਚਿਆਂ ਦੇ ਵਿੱਚ ਮੈਕਸਿਮਮ ਪੋਜ਼ਿਟਿਵ ਟ੍ਰਾਂਸਫਰ ਹੋ ਸਕੇ। ਸੋ ਫਰਸਟ ਹੈ ਸੂਟੇਬਲ ਕਰਿਕੂਲਮ। ਸੂਟੇਬਲ ਕਰਿਕੂਲਮ ਦੇ ਵਿੱਚ ਕੀ ਹੈ ਕਿ ਕਰਿਕੂਲਮ ਇੰਟੀਗ੍ਰੇਟਡ ਹੋਣਾ ਚਾਹੀਦਾ ਹੈ। ਇੰਟੀਗ੍ਰੇਟਡ ਮੀਨਸ ਆਪਸ ਵਿੱਚ ਜੁੜਿਆ ਹੋਵੇ। ਜਿਵੇਂ ਸਾਇੰਸ ਸਬਜੈਕਟ ਦੀਆਂ ਕੁਝ ਗੱਲਾਂ ਹੋਰ ਸਬਜੈਕਟਸ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ ਹਨ। ਸਬਜੈਕਟਸ ਦੇ ਵਿੱਚ ਕੋਰਿਲੇਸ਼ਨ ਵੀ ਹੋਣਾ ਚਾਹੀਦਾ ਹੈ। ਕਿ ਸਬਜੈਕਟਸ ਦੇ ਵਿੱਚ ਕੋਰਿਲੇਸ਼ਨ ਹੋਵੇਗਾ ਤਾਂ ਬੱਚੇ ਨੂੰ ਡਿਫਰੈਂਟ ਕੰਟੈਕਟਸ ਮਿਲਣਗੇ। ਇਸ ਤਰ੍ਹਾਂ ਉਸ ਦੀ ਲਰਨਿੰਗ ਪੋਜ਼ਿਟਿਵਲੀ ਟ੍ਰਾਂਸਫਰ ਹੋ ਪਾਏਗੀ। ਨੈਕਸਟ ਹੈ ਮੈਥਡਸ ਆਫ ਟੀਚਿੰਗ। ਟ੍ਰਾਂਸਫਰ ਆਫ ਲਰਨਿੰਗ ਆਲਸੋ ਡਿਪੈਂਡਸ ਔਨ ਮੈਥਡ ਆਫ ਟੀਚਿੰਗ। ਜੇਕਰ ਇੱਕ ਟੀਚਰ ਵਧੀਆ ਟੀਚਿੰਗ ਮੈਥਡ ਯੂਜ਼ ਕਰਦਾ ਹੈ ਤਾਂ ਬੱਚਿਆਂ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ ਤੇ ਉਹਨਾਂ ਦੀ ਜੋ ਲਰਨਿੰਗ ਹੈ ਪੋਜ਼ਿਟਿਵਲੀ ਟ੍ਰਾਂਸਫਰ ਹੋ ਪਾਏਗੀ। ਟੀਚਰ ਨੂੰ ਐਗਜ਼ਾਮਪਲਸ ਯੂਜ਼ ਕਰਨੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਪ੍ਰੈਕਟੀਕਲ ਵਰਕ ਵੱਧ ਤੋਂ ਵੱਧ ਕਰਵਾਉਣਾ ਚਾਹੀਦਾ ਹੈ। ਆਡੀਓ ਵਿਜ਼ੂਅਲ ਏਡਸ ਯੂਜ਼ ਕਰਨੀਆਂ ਚਾਹੀਦੀਆਂ ਹਨ। ਟੀਚਰ ਨੂੰ ਕੋਰਿਲੇਸ਼ਨ ਹਮੇਸ਼ਾ ਬਣਾਉਣਾ ਚਾਹੀਦਾ ਹੈ। ਜਿਵੇਂ ਮਦਰ ਟੰਗ ਦੇ ਵਿੱਚ ਦਿੱਤਾ ਗਿਆ ਗਿਆਨ ਬੱਚਿਆਂ ਨੂੰ ਜ਼ਿਆਦਾ ਆਸਾਨੀ ਨਾਲ ਸਮਝ ਲੱਗ ਜਾਂਦਾ ਹੈ। ਸੋ ਮੈਥਡ ਆਫ ਟੀਚਿੰਗ ਵੀ ਇੱਕ ਅਜਿਹਾ ਫੈਕਟਰ ਹੈ ਜੋ ਡਿਸਾਈਡ ਕਰਦਾ ਹੈ ਕਿ ਲਰਨਿੰਗ ਕਿਵੇਂ ਦੀ ਹੋ ਰਹੀ ਹੈ, ਪੋਜ਼ਿਟਿਵਲੀ ਹੋ ਰਹੀ ਹੈ ਜਾਂ ਨੈਗੇਟਿਵਲੀ ਹੋ ਰਹੀ ਹੈ ਜਾਂ ਜ਼ੀਰੋ ਟ੍ਰਾਂਸਫਰ ਹੋ ਰਹੀ ਹੈ। ਨੈਕਸਟ ਹੈ ਲੈਂਥ ਆਫ ਇੰਸਟਰਕਸ਼ਨਲ ਟਾਈਮ ਕਿ ਜਿੰਨਾ ਜ਼ਿਆਦਾ ਸਮਾਂ ਟੀਚਰ ਇੰਸਟਰਕਸ਼ਨ ਦੇਵੇਗਾ ਉਨੀ ਜ਼ਿਆਦਾ ਪ੍ਰੋਬੇਬਿਲਿਟੀ ਹੁੰਦੀ ਹੈ ਕਿ ਟ੍ਰਾਂਸਫਰ ਆਫ ਲਰਨਿੰਗ ਹੋ ਸਕੇ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਕੰਟੈਂਟ ਡਿਲੀਵਰ ਨਹੀਂ ਕਰਨਾ, ਇੰਸਟਰਕਸ਼ਨਾਂ ਨਹੀਂ ਦੇਣੀਆਂ, ਕਿਉਂਕਿ ਇਸ ਤਰ੍ਹਾਂ ਟ੍ਰਾਂਸਫਰ ਆਫ ਲਰਨਿੰਗ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ। ਨੈਕਸਟ ਹੈ ਫੋਕਸ ਔਨ ਪ੍ਰਿੰਸੀਪਲ ਰੈਦਰ ਦੈਨ ਟਾਸਕ। ਅਧਿਆਪਕ ਨੂੰ ਪਹਿਲਾਂ ਪ੍ਰਿੰਸੀਪਲਸ ਕਲੀਅਰ ਕਰਨੇ ਚਾਹੀਦੇ ਹਨ ਤਾਂ ਕਿ ਉਹ ਦੂਸਰੀ ਸਿਚੁਏਸ਼ਨ ਵਿੱਚ ਵੀ ਅਪਲਾਈ ਹੋ ਜਾਣ। ਨੈਕਸਟ ਹੈ ਯੂਜ਼ ਆਫ ਆਡੀਓ ਵੀਡੀਓ ਏਡਸ। ਅਧਿਆਪਕ ਨੂੰ ਆਡੀਓ ਵੀਡੀਓ ਏਡਸ ਯੂਜ਼ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਸ ਨਾਲ ਬੱਚੇ ਨੂੰ ਜਲਦੀ ਸਮਝ ਲੱਗਦਾ ਹੈ ਤੇ ਉਹ ਆਪਣੀ ਲਰਨਿੰਗ ਨੂੰ ਪੋਜ਼ਿਟਿਵਲੀ ਤਰੀਕੇ ਨਾਲ ਟ੍ਰਾਂਸਫਰ ਕਰ ਸਕਦਾ ਹੈ। ਨੈਕਸਟ ਹੈ ਡਿਸਕਸ ਐਂਡ ਡਿਬੇਟ। ਟੀਚਰ ਨੂੰ ਬੱਚਿਆਂ ਦੇ ਨਾਲ ਜੋ ਵੀ ਟੌਪਿਕ ਪੜ੍ਹਾਇਆ ਉਹਦੇ 'ਤੇ ਡਿਸਕਸ ਜ਼ਰੂਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਡਿਬੇਟ ਦੇ ਮੌਕੇ ਵੀ ਦੇਣੇ ਚਾਹੀਦੇ ਹਨ। ਨੈਕਸਟ ਹੈ ਪ੍ਰਮੋਟ ਪੋਜ਼ਿਟਿਵ ਐਟੀਟਿਊਡ। ਤੇ ਟੀਚਰ ਨੂੰ ਜੋ ਵੀ ਵਿਸ਼ਾ ਪੜ੍ਹਾਇਆ ਜਾਣਾ ਹੈ ਉਸ ਦੇ ਪ੍ਰਤੀ ਵਿਦਿਆਰਥੀਆਂ ਦਾ ਪੋਜ਼ਿਟਿਵ ਐਟੀਟਿਊਡ ਬਣਾਉਣਾ ਜ਼ਰੂਰੀ ਹੈ ਕਿਉਂਕਿ ਬੱਚਿਆਂ ਦਾ ਅਗਰ ਪੋਜ਼ਿਟਿਵ ਐਟੀਟਿਊਡ ਹੋਏਗਾ ਤਾਂ ਉਹ ਚੰਗੀ ਤਰ੍ਹਾਂ ਉਸ ਚੀਜ਼ ਨੂੰ ਸਮਝਣਗੇ ਤੇ ਨੈਕਸਟ ਸਿਚੁਏਸ਼ਨ ਵਿੱਚ ਅਪਲਾਈ ਕਰ ਸਕਣਗੇ। ਨੈਕਸਟ ਹੈ ਪ੍ਰੋਵਾਈਡ ਓਪਰਚੁਨਿਟੀਜ਼ ਕਿ ਟੀਚਰ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਓਪਰਚੁਨਿਟੀਜ਼ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਅਗਰ ਬੱਚੇ ਖੁਦ ਕੰਮ ਕਰਕੇ ਸਿੱਖਣਗੇ, ਓਪਰਚੁਨਿਟੀਜ਼ ਉਹਨਾਂ ਨੂੰ ਮਿਲਣਗੀ ਤੇ ਉਹਨਾਂ ਦੀਆਂ ਜੋ ਵੀ ਅੰਦਰ ਸਕਿੱਲਸ ਹੈ, ਉਹਨਾਂ ਦੀ ਨੌਲੇਜ ਹੈ ਉਹ ਬਾਹਰ ਆਵੇਗੀ, ਉਹਨਾਂ ਦੀ ਕ੍ਰੀਏਟੀਵਿਟੀ ਹੈ ਬਾਹਰ ਆਏਗੀ ਤੇ ਉਹ ਆਪਣੀ ਲਰਨਿੰਗ ਹੈ ਜਿਹੜੀ ਉਹ ਅੱਛੀ ਤਰ੍ਹਾਂ ਟ੍ਰਾਂਸਫਰ ਕਰ ਸਕਣਗੇ। ਨੈਕਸਟ ਹੈ ਪ੍ਰੋਜੈਕਟ ਵਰਕ। ਜਿਵੇਂ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਲਰਨਿੰਗ ਬਾਏ ਡੂਇੰਗ ਕਿ ਕੋਈ ਵੀ ਕੰਮ ਹੈ ਜਿਹੜਾ ਉਹ ਕਰਕੇ ਹੀ ਸਿੱਖਿਆ ਜਾ ਸਕਦਾ ਹੈ। ਸੋ ਟੀਚਰ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਕੰਮ ਹੱਥੀਂ ਕਰਨ ਨੂੰ ਦਿੱਤਾ ਜਾਵੇ ਤਾਂ ਕਿ ਉਹ ਚੰਗੀ ਤਰ੍ਹਾਂ ਚੀਜ਼ ਨੂੰ ਸਮਝ ਸਕਣ ਤੇ ਟ੍ਰਾਂਸਫਰ ਕਰ ਸਕਣ ਆਪਣੀ ਨੌਲੇਜ ਨੂੰ। ਨੈਕਸਟ ਹੈ ਕਲੀਅਰ ਲਰਨਿੰਗ ਆਬਜੈਕਟਿਵਸ ਐਂਡ ਗੋਲਸ
ਕਿ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਕੰਮ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਸੋ ਟੀਚਰ ਨੂੰ ਕੋਈ ਵੀ ਸਬਜੈਕਟ ਦਾ ਟੌਪਿਕ ਪੜ੍ਹਾਉਣ ਵੇਲੇ ਉਸਦੇ ਜੋ ਓਬਜੈਕਟਿਵਸ ਹੈ ਉਹ ਬੱਚਿਆਂ ਅੱਗੇ ਕਲੀਅਰ ਕਰ ਦੇਣੇ ਚਾਹੀਦੇ ਹਨ, ਤਾਂ ਕਿ ਬੱਚਿਆਂ ਨੂੰ ਪਤਾ ਹੋਵੇ ਕਿ ਅਸੀਂ ਇਹ ਟੌਪਿਕ ਕਿਉਂ ਪੜ੍ਹਨਾ ਹੈ, ਇਸ ਦੇ ਕੀ ਏਮਸ ਹਨ। ਫਿਰ ਇਸ ਨਾਲ ਉਹ ਆਸਾਨੀ ਨਾਲ ਉਸ ਨੂੰ ਸਮਝਣਗੇ ਅਤੇ ਆਪਣੀ ਜਿਹੜੀ ਆ ਨੌਲੇਜ ਨੂੰ ਟਰਾਂਸਫਰ ਕਰ ਸਕਣਗੇ। ਨੈਕਸਟ ਹੈ ਮੀਨਿੰਗਫੁਲ ਕੰਟੈਂਟ। ਮੀਨਿੰਗਫੁਲ ਲਰਨਿੰਗ ਲੀਡਸ ਟੂ ਗ੍ਰੇਟਰ ਟਰਾਂਸਫਰ ਦੈਨ ਰੋਟ ਲਰਨਿੰਗ, ਕਿ ਜੋ ਵੀ ਬੱਚਿਆਂ ਨੂੰ ਪੜ੍ਹਾਉਣਾ ਹੈ, ਸਿਖਾਉਣਾ ਹੈ, ਉਹ ਮੀਨਿੰਗਫੁਲ ਹੋਣਾ ਚਾਹੀਦਾ ਹੈ। ਨੈਕਸਟ ਹੈ ਡਿਵੈਲਪ ਫਲੈਕਸੀਬਲ ਬਿਹੇਵੀਅਰ, ਕਿ ਫਲੈਕਸੀਬਲ ਬਿਹੇਵੀਅਰ ਹੈ ਉਹ ਇੱਕ ਲਰਨਰ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਫਲੈਕਸੀਬਲ ਥਿੰਕਿੰਗ ਹੈ ਐਂਡ ਬਿਹੇਵੀਅਰ ਹੈ ਉਹ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਨ ਅਤੇ ਮੈਕਸੀਮਮ ਟਰਾਂਸਫਰ ਹੈ ਜਿਹੜੀ ਪੋਜ਼ੀਟਿਵ ਟਰਾਂਸਫਰ ਕਰਨ ਵਿੱਚ ਮਦਦ ਕਰਦਾ ਹੈ। ਨੈਕਸਟ ਹੈ ਰੀਅਲ ਲਾਈਫ ਐਗਜ਼ਾਮਪਲਸ, ਕਿ ਟੀਚਰ ਨੂੰ ਬੱਚਿਆਂ ਨੂੰ ਕਨਸੈਪਟ ਜਿਹੜੇ ਹੈ ਉਹ ਰੀਅਲ ਲਾਈਫ ਐਗਜ਼ਾਮਪਲਸ ਦੇ ਕੇ ਸਮਝਾਉਣੇ ਚਾਹੀਦੇ ਹਨ। ਨੈਕਸਟ ਹੈ ਐਮਫਸਿਸ ਔਨ ਮੈਟਾਕੋਗਨੀਸ਼ਨ। ਮੈਟਾਕੋਗਨੀਸ਼ਨ ਮੀਨਸ ਕਿ ਜੋ ਵੀ ਤੁਸੀਂ ਲਰਨ ਕੀਤਾ ਹੈ ਉਸ ਬਾਰੇ ਸੋਚਣਾ ਅਤੇ ਪਤਾ ਲਗਾਉਣਾ ਕਿ ਤੁਸੀਂ ਕੀ ਵਧੀਆ ਕੀਤਾ ਹੈ ਜਾਂ ਕੀ ਸਿੱਖਿਆ ਹੈ ਜਾਂ ਉਸ ਵਿੱਚ ਕੀ ਕਮੀਆਂ ਰਹਿ ਗਈਆਂ ਹਨ, ਉਹਨਾਂ ਨੂੰ ਕਿਵੇਂ ਦੂਰ ਕਰਨਾ ਹੈ। ਜਦੋਂ ਸਟੂਡੈਂਟਸ ਆਪਣੀ ਲਰਨਿੰਗ ਉੱਪਰ ਰਿਫਲੈਕਟ ਕਰਦੇ ਹਨ, ਮੈਟਾਕੋਗਨੀਸ਼ਨ ਕਰਦੇ ਹਨ, ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਲਰਨਿੰਗ ਕਿਵੇਂ ਦੀ ਹੋ ਰਹੀ ਹੈ। ਇਸ ਤਰ੍ਹਾਂ ਉਹ ਆਪਣੀ ਲਰਨਿੰਗ ਨੂੰ ਦੂਸਰੀ ਸਿਚੁਏਸ਼ਨ ਦੇ ਵਿੱਚ ਟਰਾਂਸਫਰ ਕਰ ਸਕਦੇ ਹਨ। ਸੋ ਟੀਚਰ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਐਨਕਰੇਜ ਕਰਨ ਕਿ ਉਹ ਆਪਣੀ ਸੋਚਣ ਦੀ ਆਦਤ, ਆਪਣੀਆਂ ਫੀਲਿੰਗਸ ਨੂੰ ਜਾਂ ਆਪਣੀਆਂ ਸਕਿੱਲਸ ਨੂੰ ਸਿਚੁਏਸ਼ਨ ਤੋਂ ਦੂਸਰੀ ਸਿਚੁਏਸ਼ਨ ਵਿੱਚ ਅਪਲਾਈ ਕਰਨ। ਨੈਕਸਟ ਕੁਝ ਓਬਜੈਕਟਿਵ ਟਾਈਪਸ ਕੁਐਸਚਨਸ ਹਨ ਜੋ ਕਿ ਤੁਹਾਡੇ PTET ਜਾਂ CTET ਦੇ ਵਿੱਚ ਪੁੱਛੇ ਜਾਂਦੇ ਹਨ ਰਿਲੇਟਡ ਟੂ ਟਰਾਂਸਫਰ ਆਫ ਲਰਨਿੰਗ, ਜਿਨ੍ਹਾਂ ਨੂੰ ਅਸੀਂ ਡਿਸਕਸ ਕਰਾਂਗੇ। ਜੋ ਫਰਸਟ ਕੁਐਸਚਨ ਹੈ, ਇੱਥੇ ਇੱਕ ਐਸਟ੍ਰੇਸ਼ਨ ਦਿੱਤਾ ਗਿਆ ਹੈ ਅਤੇ ਇੱਕ ਰੀਜ਼ਨ ਦਿੱਤਾ ਗਿਆ ਹੈ। ਤੁਹਾਨੂੰ ਇਹ ਪਤਾ ਲਗਾਉਣਾ ਹੈ ਕਿ ਜੋ ਐਸਟ੍ਰੇਸ਼ਨ ਵਿੱਚ ਸਟੇਟਮੈਂਟ ਹੈ ਉਹ ਕਰੈਕਟ ਹੈ ਜਾਂ ਨਹੀਂ, ਰੀਜ਼ਨ ਦੀ ਸਟੇਟਮੈਂਟ ਕਰੈਕਟ ਹੈ ਜਾਂ ਨਹੀਂ, ਅਤੇ ਇਹ ਜੋ ਰੀਜ਼ਨ ਦਿੱਤਾ ਗਿਆ ਹੈ ਉਹ ਇਹੀ ਸਟੇਟਮੈਂਟ ਦਾ ਰੀਜ਼ਨ ਹੈ ਜਾਂ ਨਹੀਂ। ਜਿਵੇਂ ਐਸਟ੍ਰੇਸ਼ਨ ਵਿੱਚ ਸਟੇਟਮੈਂਟ ਹੈ ਕਿ ਪ੍ਰਿੰਸੀਪਲ ਲਰਨਿੰਗ ਕਿਸੇ ਵੀ ਕਲਾਸਰੂਮ ਲਰਨਿੰਗ ਦਾ ਇੰਪੋਰਟੈਂਟ ਆਸਪੈਕਟ ਹੈ। ਇਹ ਬਿਲਕੁਲ ਸਹੀ ਹੈ। ਇਸ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੇਕਰ ਕਿਸੇ ਵੀ ਚੀਜ਼ ਨੂੰ ਅਸੀਂ ਸਿੱਖਣ ਦੇ ਲਈ ਉਸਦੇ ਪ੍ਰਿੰਸੀਪਲਸ ਲਰਨ ਕਰਾਂਗੇ ਤਾਂ ਟਰਾਂਸਫਰ ਬੈਟਰ ਹੁੰਦੀ ਹੈ। ਰੀਜ਼ਨ ਦਿੱਤਾ ਗਿਆ ਹੈ ਟਰਾਂਸਫਰ ਆਫ ਲਰਨਿੰਗ ਇਜ਼ ਆਲਵੇਜ਼ ਐਸੋਸੀਏਟਡ ਵਿਦ ਨੌਲੇਜ ਆਫ ਪ੍ਰਿੰਸੀਪਲਸ, ਕਿ ਜੋ ਟਰਾਂਸਫਰ ਆਫ ਲਰਨਿੰਗ ਹੈ ਉਹ ਨੌਲੇਜ ਆਫ ਪ੍ਰਿੰਸੀਪਲਸ ਨਾਲ ਐਸੋਸੀਏਟ ਹੁੰਦੀ ਹੈ, ਕਿਉਂਕਿ ਜੋ ਪ੍ਰਿੰਸੀਪਲਸ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਦੂਸਰੀ ਸਿਚੁਏਸ਼ਨ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਸੋ A ਐਂਡ R ਦੋਨੋਂ ਕਰੈਕਟ ਹਨ ਅਤੇ A ਦਾ R ਕਰੈਕਟ ਰੀਜ਼ਨ ਹੈ। ਨੈਕਸਟ ਕੁਐਸਚਨ ਦੇ ਵਿੱਚ ਕੀ ਹੈ ਕਿ ਟਰਾਂਸਫਰ ਆਫ ਲਰਨਿੰਗ ਕਿਸ ਚੀਜ਼ ਉੱਪਰ ਰਿਲਾਈਜ਼ ਕਰਦੀ ਹੈ। ਹੁਣ ਇਹ ਫੈਕਟਰਸ ਤੁਹਾਨੂੰ ਸਭ ਨੂੰ ਸਹੀ ਲੱਗ ਰਹੇ ਹੋਣਗੇ, ਜਿਵੇਂ ਫਰਸਟ ਐਟੀਟਿਊਡ ਆਫ ਦਾ ਲਰਨਰ, ਜੇ ਸਟੂਡੈਂਟ ਦਾ ਐਟੀਟਿਊਡ ਪੋਜ਼ਿਟਿਵ ਹੋਵੇ ਤਾਂ ਉਸਦੀ ਟਰਾਂਸਫਰ ਆਫ ਲਰਨਿੰਗ ਚੰਗੀ ਹੋਵੇਗੀ। ਜੇ ਟੀਚਰ ਦੀ ਪ੍ਰੈਜੈਂਟੇਸ਼ਨ ਵਧੀਆ ਹੋਵੇਗੀ ਤਾਂ ਵੀ ਟਰਾਂਸਫਰ ਆਫ ਲਰਨਿੰਗ ਅੱਛੀ ਹੋਵੇਗੀ। ਟੀਚਿੰਗ ਮਟੀਰੀਅਲ ਵੀ ਵਧੀਆ ਹੋਵੇਗਾ ਤਾਂ ਵੀ ਟਰਾਂਸਫਰ ਆਫ ਲਰਨਿੰਗ ਬੈਟਰ ਹੋਵੇਗੀ। ਜੇਕਰ ਤੁਸੀਂ ਫੋਰਥ ਪੁਆਇੰਟ ਦੇਖੋ ਤਾਂ ਉਹ ਪਹਿਲੇ 3 ਪੁਆਇੰਟਸ ਨੂੰ ਸਮਰਾਈਜ਼ ਕਰ ਦਿੰਦਾ ਹੈ ਕਿ ਜੇਕਰ ਲਰਨਿੰਗ ਮੀਨਿੰਗਫੁਲ ਹੈ ਤਾਂ ਅਸੀਂ ਉਸ ਨੂੰ ਰਿਲੇਟ ਕਰ ਪਾ ਰਹੇ ਹਾਂ, ਉਸ ਨਾਲ ਸੰਬੰਧਿਤ ਐਗਜ਼ਾਮਪਲਸ ਨੂੰ ਲੱਭ ਰਹੇ ਹਾਂ, ਲਰਨਿੰਗ ਜ਼ਿਆਦਾ ਬਿਹਤਰ ਹੋਵੇਗੀ ਅਤੇ ਟਰਾਂਸਫਰ ਵੀ ਵਧੀਆ ਹੋਵੇਗੀ। ਸੋ ਫੋਰਥ ਪੁਆਇੰਟ ਹੈ ਜਿਹੜਾ ਉਹ ਕਰੈਕਟ ਆਨਸਰ ਹੈ। ਨੈਕਸਟ ਹੈ ਇਨ ਏ ਪ੍ਰੋਸੈਸ ਆਫ ਲਰਨਿੰਗ ਟਰਾਂਸਫਰ ਆਫ ਲਰਨਿੰਗ ਕੈਨ ਬੀ ਪੋਜ਼ਿਟਿਵ ਟਰਾਂਸਫਰ, ਨੈਗੇਟਿਵ ਟਰਾਂਸਫਰ, ਜ਼ੀਰੋ ਟਰਾਂਸਫਰ ਔਰ ਆਲ ਆਫ ਅਬਵ, ਕਿ ਜੋ ਲਰਨਿੰਗ ਪ੍ਰੋਸੈਸ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਟਰਾਂਸਫਰ ਆਫ ਲਰਨਿੰਗ ਹੁੰਦੀ ਹੈ। ਸੋ ਇਹਦਾ ਆਨਸਰ ਕੀ ਹੋਏਗਾ D, ਕਿਉਂਕਿ ਲਰਨਿੰਗ ਪ੍ਰੋਸੈਸ ਵਿੱਚ ਪੋਜ਼ਿਟਿਵ ਟਰਾਂਸਫਰ ਵੀ ਹੋ ਸਕਦੀ ਹੈ, ਨੈਗੇਟਿਵ ਟਰਾਂਸਫਰ ਵੀ ਹੋ ਸਕਦੀ ਹੈ ਅਤੇ ਜ਼ੀਰੋ ਟਰਾਂਸਫਰ ਵੀ ਹੋ ਸਕਦੀ ਹੈ। ਨੈਕਸਟ ਕੁਐਸਚਨ ਹੈ ਕਿ ਇੱਕ ਸਟੂਡੈਂਟ ਇੱਕ
ਮਲਟੀਪਲ ਸਮ ਸਿੱਖਦਾ ਹੈ ਅਤੇ ਉਹ ਐਡੀਸ਼ਨ ਲਈ ਪ੍ਰੀਵੀਅਸ ਨੌਲੇਜ ਨੂੰ ਯੂਜ਼ ਕਰਦਾ ਹੈ। ਸੋ ਇਹ ਕਿਹੜੀ ਤੋਂ ਟ੍ਰਾਂਸਫਰ ਆਫ ਲਰਨਿੰਗ ਹੋਈ? ਪੋਜ਼ਿਟਿਵ ਟ੍ਰਾਂਸਫਰ, ਲਿਟਰਲ ਟ੍ਰਾਂਸਫਰ, ਵਰਟੀਕਲ ਟ੍ਰਾਂਸਫਰ ਜਾਂ ਫਿਰ ਨੈਗੇਟਿਵ ਟ੍ਰਾਂਸਫਰ। ਸੋ ਰਾਈਟ ਆਨਸਰ ਕੀ ਹੈ? ਵਰਟੀਕਲ ਟ੍ਰਾਂਸਫਰ, ਕਿਉਂਕਿ ਵਰਟੀਕਲ ਟ੍ਰਾਂਸਫਰ ਵਿੱਚ ਟ੍ਰਾਂਸਫਰ ਪੋਜ਼ਿਟਿਵਲੀ ਹੁੰਦੀ ਹੈ ਪਰ ਲੈਵਲ ਚੇਂਜ ਹੋ ਜਾਂਦਾ ਹੈ। ਨੈਕਸਟ ਕੁਐਸਚਨ, the theory of transfer of learning by Thorndike is called is similarity principles, theory of identical elements, theory of formal discipline, then none of the above। ਇਹ question ਬਹੁਤ important ਹੈ। So the right answer ਹੈ theory of identical elements। next question ਵਿੱਚ ਪੁੱਛਿਆ ਗਿਆ ਹੈ ਕਿ ਜਦੋਂ ਸਾਡੀ previous learning ਨਵੀਂ ਸਿੱਖਣ ਸਥਿਤੀ ਵਿੱਚ ਰੁਕਾਵਟ ਪੈਦਾ ਕਰਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਬਹੁਤ ਆਸਾਨ ਹੈ, ਤੁਸੀਂ ਸਭ ਨੂੰ ਪਤਾ ਹੈ ਕਿ ਇਹ ਨੈਗੇਟਿਵ ਲਰਨਿੰਗ ਹੈ, ਕਿਉਂਕਿ ਨੈਗੇਟਿਵ ਟ੍ਰਾਂਸਫਰ ਆਫ ਲਰਨਿੰਗ ਦੇ ਵਿੱਚ ਜੋ ਅਸੀਂ ਪਿੱਛੇ ਸਿੱਖਿਆ ਹੈ ਉਹ ਕੁਝ ਨਵਾਂ ਸਿੱਖਣ ਵਿੱਚ ਰੁਕਾਵਟ ਪੈਦਾ ਕਰਦਾ ਹੈ। ਸੋ ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਟ੍ਰਾਂਸਫਰ ਆਫ ਲਰਨਿੰਗ ਦੇ ਬਾਰੇ ਡਿਟੇਲ ਨਾਲ ਪੜ੍ਹਿਆ। ਟ੍ਰਾਂਸਫਰ ਆਫ ਲਰਨਿੰਗ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਪਿਛਲਾ ਸਿੱਖਿਆ ਹੋਇਆ ਜਾਂ ਸਾਡੀ ਪ੍ਰੀਵੀਅਸ ਨੌਲੇਜ ਹੈ ਉਸ ਨੂੰ ਜਦੋਂ ਅਸੀਂ ਨਿਊ ਸਿਚੁਏਸ਼ਨ ਦੇ ਵਿੱਚ ਯੂਜ਼ ਕਰਦੇ ਹਾਂ, ਅਪਲਾਈ ਕਰਦੇ ਹਾਂ ਤੇ ਉਹ ਹੋ ਜਾਂਦੀ ਹੈ ਸਾਡੀ ਟ੍ਰਾਂਸਫਰ ਆਫ ਲਰਨਿੰਗ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਮੈਂ ਨੈਕਸਟ ਟਾਈਮ ਇਸੇ ਤਰ੍ਹਾਂ ਤੁਹਾਡੇ ਨਾਲ ਜੁੜੀ ਰਵਾਂਗੀ। ਧੰਨਵਾਦ।